ਰਾਜ ਦੇ ਵਿੱਚ ਉਹਨੇ ਉਹ ਰਾਜੇ ਨਾਲ ਗੱਲ ਕੀਤੀ ਵੀ ਔਰੰਗਜ਼ੇਬ ਨੇ ਫੌਜ ਭੇਜੀ ਹੈ, ਉਹਨੂੰ ਆਪਣੇ ਜਾਦੂ ਤੇ ਮਾਣ ਸੀ। ਫੌਜਾਂ ਉੱਥੇ ਲੱਗ ਗਈਆਂ ਬ੍ਰਹਮਪੁੱਤਰ ਦਰਿਆ ਤੇ। ਜਦੋਂ ਉਹਨਾਂ ਕੀਤਾ, ਹਜੇ ਵੀ ਤੁਸੀਂ ਜੇ ਕਿਸੇ ਨੂੰ ਮੌਕਾ ਮਿਲੇ, ਉੱਥੇ ਧੋਬੜੀ ਸਾਹਿਬ ਗੁਰਦੁਆਰਾ ਆਇਆ, ਉਸ ਗੁਰਦੁਆਰੇ ਵਿੱਚ ਹਜੇ ਵੀ ਇੱਕ ਪਿੱਪਲ ਐਸ ਇਹਦੇ ਉੱਤੋਂ ਟੰਗਿਆ ਹੋਇਆ। ਉਹ ਪਿੱਪਲ ਵੀ ਗੁਰੂ ਤੇਗ ਬਹਾਦਰ ਸਾਹਿਬ ਤੇ ਧੋਬੜੀ ਵੱਲੋਂ ਜਿਹੜੀ ਉੱਥੋਂ ਦੀ ਹੈਗੀ ਸੀ ਜਾਦੂਗਰਨੀ, ਉਹਦੇ ਵੱਲੋਂ ਭੇਜਿਆ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਮਰ ਜਾਏ, ਇਹ ਪਿੱਪਲ ਦੇ ਥੱਲੇ ਆ ਕੇ ਮਰ ਜਾਏ। ਉਹ ਪਿੱਪਲ ਹਜੇ ਤੁਸੀਂ ਜਾ ਕੇ ਉਹਦੇ ਦਰਸ਼ਨ ਕਰ ਸਕਦੇ ਹੋ। ਹਜੇ ਤੱਕ ਉਹ ਪਿੱਪਲ ਖੜਾ ਹੈ। ਕਹਿਣ ਤੋਂ ਮੁਰਾਦ ਕਿ ਗੁਰੂ ਬਾਦਸ਼ਾਹ ਨੇ ਜਦੋਂ ਪਿੱਪਲ ਆਂਦਾ ਦੇਖਿਆ, ਉਧਰ ਨੂੰ ਹੱਥ ਕੀਤਾ ਤੇ ਜਿੱਥੇ ਪਿੱਪਲ ਲਾਗੇ ਆਇਆ ਉੱਥੇ ਖੜ ਗਿਆ, ਰੁਕ ਗਿਆ। ਹੁਣ ਧੋਬੜ ਨੂੰ ਆ ਵੀ ਇਹ ਮੇਰੀ ਚਾਲ ਨਹੀਂ ਚੱਲਣੀ। ਇੱਕ ਨਾ ਸਿਲ ਛੁੱਟੀ ਜਿਹਦੇ ਤੇ ਕੱਪੜੇ ਧੋਂਦੀ ਸੀ ਧੋਬਣ ਜਾਦੂਗਰ ਨੇ, ਉਹ ਸਿਲ ਹਜੇ ਵੀ ਉੱਥੇ ਗੱਡੀ ਪਈ ਹੈ, ਉਹ ਵੀ ਗੁਰੂ ਪਾਤਸ਼ਾਹ ਦੇ ਮਾਰਨ ਨੂੰ ਸੁੱਟੀ ਗਈ ਹੈ। ਇਸ ਤਰੀਕੇ ਨਾਲ ਉਹ ਲੋਕ ਗੁਰੂ ਪਾਤਸ਼ਾਹ ਨੂੰ ਹਰਾਉਣ ਦਾ ਰਾਮ ਸਿੰਘ ਨੂੰ ਯਤਨ ਕਰਦੇ ਨੇ, ਪਰ ਗੁਰੂ ਪਾਤਸ਼ਾਹ ਦੇ ਕੋਈ ਜਾਦੂ ਦਾ ਅਸਰ ਨਹੀਂ ਚੱਲਿਆ। ਇਹਦਾ ਮਤਲਬ ਅੱਜ ਵੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਰਹੋ, ਤਗੜੇ ਹੋ ਕੇ ਬਾਣੀ ਪੜ੍ਹੀ ਜਾਓ, ਜਿਹੜਾ ਵੀ ਮਰਜ਼ੀ ਜਾਦੂ ਕਰੇ, ਤੁਹਾਡੇ ਤੇ ਜਾਦੂ ਦਾ ਅਸਰ ਨਹੀਂ ਚੱਲੇਗਾ। ਆਏਗੀ ਹਵਾ, ਆ ਕੇ ਨਿਕਲ ਜਾਏਗੀ, ਪਰ ਤੁਹਾਡਾ ਦ੍ਰਿੜਤਾ ਨਾਲ ਵਿਸ਼ਵਾਸ ਹੋਣਾ ਚਾਹੀਦਾ ਗੁਰਬਾਣੀ ਤੇ। ਇਸ ਕਰਕੇ ਉਹਨਾਂ ਦੀ ਸੁਲ੍ਹਾ ਕਰਾ ਕੇ ਮੁਹਿੰਮ ਜਿੱਤ ਕੇ ਰਾਮ ਸਿੰਘ ਵਾਪਸ ਆ ਗਿਆ। ਇਹਦੇ ਅਗਲੀ ਜਿਹੜੀ ਸਾਖੀ ਸੀ ਉਹ ਤੁਸੀਂ ਜਿਹੜੀ ਸਰਵਣ ਕੀਤੀ ਸੀ ਅਸਾਮ ਦੇ ਰਾਜੇ ਦੀ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ, ਉਹਨਾਂ ਦਾ ਸ਼ਰਧਾਲੂ ਬਣ ਗਿਆ, ਉਹਨਾਂ ਦੇ ਵਚਨ ਬੁਲਾ ਸੁਣ ਕੇ। ਪਰ ਉਹਦੇ ਘਰ ਕੋਈ ਸੰਤਾਨ ਨਹੀਂ ਸੀ। ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਇਹ ਰੱਬ ਦਾ ਰੂਪ ਹੋ, ਮੈਂ ਖਾਲੀ ਚੱਲਿਆ, ਬੜਾ ਵੱਡਾ ਰਾਜ ਹੈ, ਪਰ ਰਾਜ ਨੂੰ ਸੰਭਾਲਣ ਵਾਲਾ ਕੋਈ ਨਹੀਂ, ਮੇਰੇ ਤੇ ਰਹਿਮਤ ਕਰੋ, ਮੇਰਾ ਘਰ ਅੱਗੇ ਚੱਲ ਜਾਏ ਤੇ ਇੱਕ ਪੁੱਤਰ ਦੀ ਦਾਤ ਬਖਸ਼ੋ। ਗੁਰੂ ਪਾਤਸ਼ਾਹ ਕਹਿੰਦੇ ਵੀ ਦਾਤਾ ਤਾਂ ਪਰਮਾਤਮਾ ਹੈ, ਪਰ ਅਸੀਂ ਵੀ ਥੋੜੀ ਬਹੁਤ ਬੇਨਤੀ ਕਰਾਂਗੇ, ਜੇ ਭਾਗਾਂ 'ਚ ਹੋਊਗਾ ਤੇ ਜ਼ਰੂਰ ਮਿਲ ਜਾਏਗਾ। ਉਹ ਤੋਂ ਬਾਅਦ ਇਹ ਬਿਲਕੁਲ 1 ਸਾਲ ਬਾਅਦ ਜਦ 10ਵੇਂ ਮਹੀਨੇ ਦੇ ਘਰ ਇੱਕ ਬੱਚਾ ਜੰਮਿਆ, ਉਹਦਾ ਨਾਮ ਉਹਨਾਂ ਰਤਨ ਰਾਏ ਰੱਖਿਆ ਗਿਆ। ਉਹੀ ਰਤਨ ਰਾਏ 5 ਕਿਰਿਆ ਸ਼ਾਸਤਰ ਤੇ ਪ੍ਰਸ਼ਾਦੀ ਹਾਥੀ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਆਊਗਾ। ਉਹ ਅੱਗੇ ਆ ਗਈ ਸਾਖੀ। ਸੋ ਹੁਣ ਅੱਜ ਜਿਹੜੀਆਂ 2 ਸਾਖੀਆਂ ਨੇ ਉਹ ਆਪ ਜੀ ਸਰਵ ਕਰਨਾ ਕਰੀਏ ਜੀ। ਵਾਹਿਗੁਰੂ ਵਾਹਿਗੁਰੂ। ਪੰਜਾਬ ਨੂੰ ਗੁਰੂ ਜੀ ਦੀ ਵਾਪਸੀ, ਉੱਥੇ ਹੀ ਧੋਬੜੀ ਦੇ ਸਥਾਨ ਤੇ ਬਿਲਕੁਲ ਜਿੱਦਣੇ ਫਤਿਹਨਾਮਾ ਹੋਇਆ, ਉਦੋਂ ਗੁਰੂ ਪਾਤਸ਼ਾਹ ਗੋਬਿੰਦ ਰਾਏ ਦਾ ਜਨਮ ਹੁੰਦਾ ਪਟਨੇ ਵਿੱਚ। ਉਸ ਖੁਸ਼ੀ ਵਿੱਚ ਸਾਰੇ ਸਿਪਾਹੀ ਇੱਕ ਢਾਲ ਪਿੱਪਲ ਦੇ ਚੱਪਾ ਕੇ ਉਹ ਪਿੱਪਲ ਦਾ ਥੜਾ ਬਣਾ ਦਿੱਤਾ, ਉਹਦੀਆਂ ਜੜ੍ਹਾਂ ਨੰਗੀਆਂ ਸੀ ਉਹ ਢੱਕ ਦਿੱਤੀਆਂ, ਤੇ ਅੱਜ ਵੀ ਉਹ ਪਿੱਪਲ ਉਵੇਂ ਹੀ ਉਹਦੇ ਤੇ ਛੱਤ ਦੇ ਉੱਤੇ ਖੜਾ ਆ। ਥੱਲੇ ਗੁਰਦੁਆਰਾ ਸਾਹਿਬ ਹੈ ਧੋਬੜੀ ਸਾਹਿਬ ਦਾ। ਐਸੇ ਗੁਰੂ ਸਮਰੱਥਾਵਾਨ ਸਨ ਜਿਨ੍ਹਾਂ ਦੀ ਅੱਜ ਅਸੀਂ ਕੋਟੀ ਕਦਰ ਨਹੀਂ ਪਾਈ। ਟੁੱਟੇ ਟੁੱਟੇ ਮੇਰੇ ਵਰਗੇ ਬਾਬੇ ਖੜੇ ਕਰਨ ਲੱਪੇ ਐ, ਬਾਬਾ ਜੀ ਮੈਨੂੰ ਆਹ ਹੁੰਦਾ, ਬਾਬਾ ਜੀ ਮੈਨੂੰ ਆਹ ਹੁੰਦਾ। ਉਹ ਅਸੀਂ ਤੁਹਾਡੇ ਦਰ ਦੇ ਨਹੀਂ, ਗੁਰੂ ਨਾਨਕ ਦੇ ਦਰ ਦੇ ਟੁੱਟੇ ਚੌਕੀਦਾਰ, ਨੀਵੇਂ ਤੋਂ ਨੀਵੀਂ ਕੈਟੇਗਰੀ ਵਿੱਚ ਵੀ ਹਜੇ ਖੜੇ ਨਹੀਂ ਹੋ ਪਾਏ। ਤੁਹਾਨੂੰ ਸਿੱਖ ਹੋਣਾ ਚਾਹੀਦਾ ਸੀ। ਤੁਸੀਂ ਲੋਕ ਸਿੱਖ ਭਾਈਚਾਰਾ, ਕਿਸੇ ਕਬਰ ਤੇ, ਕਿਸੇ ਬਾਬੇ ਤੇ ਕਿਤੇ ਤੁਹਾਨੂੰ ਜਾਣ ਦੀ ਕੋਈ ਲੋੜ ਨਹੀਂ ਸੀ। ਤੁਹਾਡੀ ਪੰਜਾਬੀ 'ਚ ਲਿਖਿਆ ਗ੍ਰੰਥ ਸੀ ਜਿਹਨੂੰ ਤੁਸੀਂ ਚੰਗੇ ਤਰੀਕੇ ਨਾਲ ਫੋਲੋ ਕਰ ਸਕਦੇ ਸਨ। ਹੁਣ ਤੁਹਾਨੂੰ ਪੰਜਾਬੀ 'ਚ ਸਾਰੀ ਗੱਲ ਦੱਸਣੀ ਹੈ। ਇਸ ਕਰਕੇ ਪਹਿਲੀ ਸਾਖੀ ਸੁਣਨਾ ਕਰੀਏ। ਸ੍ਰੀ ਗੁਰੂ ਤੇਗ ਬਹਾਦਰ ਜੀ ਕਰੀਬ 2 ਵਰ੍ਹੇ ਅਸਾਮ ਵਿੱਚ ਵਿਚਰਦੇ ਰਹੇ। ਆਪ ਦਾ ਵਿਚਾਰ ਅਜੇ ਕੁਝ ਸਮਾਂ ਹੋਰ ਉੱਥੇ ਠਹਿਰਨ ਸੀ, ਪਰ ਫਿਰ ਉਹਨਾਂ ਨੇ ਅਚਾਨਕ ਹੀ ਪੰਜਾਬ ਵੱਲ ਵਾਪਸੀ ਲਈ ਤਿਆਰੀ ਕਰ ਲਈ, ਕਿਉਂਕਿ ਪੰਜਾਬ ਤੋਂ ਆਪ ਨੂੰ ਮੁਗਲ ਹਾਕਮਾਂ ਦੇ ਵਾਧੇ ਹੋਏ ਅਤਿਆਚਾਰਾਂ ਦੀਆਂ ਛੋਹਾਂ ਮਿਲ ਰਹੀਆਂ ਸਨ। ਲੋਕ ਦੁਖੀ ਹੋ ਕੇ ਆਪ ਨੂੰ ਯਾਦ ਕਰਦੇ ਸਨ। ਉਹਨਾਂ ਦੇ ਦੁੱਖ ਵੰਡਾਉਣ ਖਾਤਰ ਤੇ ਹੌਸਲੇ ਉੱਚੇ ਕਰਨ ਲਈ ਆਪ ਨੇ ਫੌਰੀ ਵਾਪਸੀ ਦਾ ਨਿਰਣਾ ਲਿਆ। ਪੰਜਾਬ ਪਹੁੰਚਣ ਲਈ ਐਨੇ ਕਾਲੇ ਸਨ ਕਿ ਰਸਤੇ ਵਿੱਚ ਪਟਨਾ ਰੁਕ ਕੇ ਸਾਹਿਬਜ਼ਾਦੇ ਨੂੰ ਮਿਲਣ ਦੀ ਵੀ ਪਰਵਾਹ ਨਹੀਂ ਕੀਤੀ, ਆਪਣੇ ਪੁੱਤਰ ਦੇ ਦਰਸ਼ਨ ਕਰਨ ਦੀ ਵੀ ਪਰਵਾਹ ਨਹੀਂ ਕੀਤੀ। ਗਾਇਆ ਤੋਂ ਪਟਨੇ ਦੇ ਮੁਖੀ ਗੁਰਸਿੱਖਾਂ ਨੂੰ ਹੁਕਮਨਾਮਾ ਭੇਜ ਦਿੱਤਾ ਕਿ ਸਾਡੇ ਪਰਿਵਾਰ ਦੀ ਤੇ ਸਾਹਿਬਜ਼ਾਦੇ ਦੀ ਸੰਭਾਲ ਕਰਨੀ ਅਤੇ ਸੰਦੇਸ਼ ਆਉਣ ਤੇ ਪੰਜਾਬ ਭੇਜ ਦੇਣਾ। ਇਹ ਹੁਕਮਨਾਮਾ ਪਟਨਾ ਸਾਹਿਬ ਵਿਖੇ ਸੁਰੱਖਿਅਤ ਪਿਆ। ਹਜੇ ਤੱਕ ਇਹ ਹੁਕਮਨਾਮਾ ਪਿਆ, ਗੁਰੂ ਪਾਤਸ਼ਾਹ ਦਾ ਭੇਜਿਆ ਹੋਇਆ ਹੁਕਮਨਾਮਾ ਹੁੰਦਾ, ਉਹਨਾਂ ਦੇ ਹੱਥਾਂ ਦੀ ਲਿਖੀ ਹੋਈ ਚਿੱਠੀ। ਹੁਕਮ ਹੁੰਦਾ
ਉਹਨੇ ਸਾਨੂੰ ਹੁਕਮ ਕੀਤਾ ਸੀ, ਜਿਹਨੇ ਹੁਕਮਨਾਮਾ ਗੁਰੂ ਤੇਗ ਬਹਾਦਰ ਸਾਹਿਬ ਨੇ ਲਿਖਿਆ, ਐਦੇ ਹੁਕਮ ਸਾਨੂੰ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਅਸੀਂ ਉਹਨਾਂ ਦੀ ਹੁਕਮ ਦੂਜੀ ਕਰਕੇ ਦੁਖੀ ਹੋਏ ਪਏ। ਹਰ ਸਿੱਖਣੀ ਨੂੰ ਖੰਡੇ ਦੀ ਪੌਲ ਛਕਣੀ, ਹਰ ਸਿੱਖ ਦੀ ਖੰਡੇ ਦੀ ਪੌਲ ਛਕਣੀ, ਇੱਕ ਦੂਜੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਉਧਰ ਨਹੀਂ ਜਾਣਾ, ਇਹ ਸੱਚ ਬੋਲਣਾ, ਹਰ ਧੀ ਭੈਣ ਨੂੰ ਆਪਣੀ ਧੀ ਭੈਣ ਕਰਕੇ ਜਾਣਨਾ, ਜਾਤ ਅਭਿਮਾਨ ਤੋਂ ਉੱਪਰ ਉੱਠਣਾ, ਕਿਸੇ ਦੀ ਕੋਈ ਜਾਤ ਨੂੰ ਨਿੰਦਿਆ ਨਹੀਂ ਕਰਨੀ, ਇਹਦੇ ਨਾਲ ਨਾਲ ਨਿਮਰਤਾ ਪੂਰਵਕ ਜ਼ਿੰਦਗੀ ਦੇ ਦਿਨ ਬਤੀਤ ਕਰਨੇ, ਖਿਮਾ ਕਰਨੀ, ਸੰਤੋਖ ਰੱਖਣਾ, ਹਾਏ ਹਾਏ ਨਹੀਂ ਕਰਨੀ, ਦੁੱਖਾਂ ਵਿੱਚ ਘਬਰਾਣਾ ਨਹੀਂਗਾ, ਤੇ ਹੋ ਸਕੇ ਜਿੰਨਾ ਕਿਸੇ ਦਾ ਭਲਾ ਕਰਨਾ, ਜੇ ਭਲਾ ਨਾ ਹੋਏ ਤੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ, ਕਿਸੇ ਕਿਸਮ ਦੇ ਨਸ਼ੇ ਦਾ ਸੇਵਨ ਨਹੀਂ ਕਰਨਾ, ਵੰਡ ਕੇ ਛਕਣਾ, ਕਿਰਤ ਕਮਾਈ ਵਿੱਚੋਂ ਗੋਲ ਕਲਾਈ ਹੈ। ਇਹ ਗੁਰਦੁਆਰੇ ਦੀ ਸਿਸਟਮ ਹੈ। ਸਿੱਖ ਆਪਣਾ ਦਸਵੰਧ ਕੁਛ ਨਾ ਕੁਛ ਜ਼ਿੰਦਗੀ ਵਿੱਚ ਕਮਾਈ ਵਿੱਚੋਂ ਕੱਢ ਕੇ ਲੋੜਵੰਦਿਆਂ ਦੀ ਮਦਦ ਤੇ ਲਾਉਂਦੇ ਨੇ। ਅੱਜ ਇਸੇ ਦਸਵੰਧ ਸਦਕਾ ਤੁਹਾਡੀ ਧੌਣ ਉੱਚੀ ਕੀਤੀ ਹੈ। ਖਾਲਸਾ ਏਡ ਵਾਲੇ ਰਵੀ ਸਿੰਘ ਨੇ ਸਾਰੀ ਦੁਨੀਆ 'ਚ ਜਾ ਕੇ ਜਿੱਥੇ ਵੀ ਦੁੱਖ ਖਿਲ ਰਹੇ ਉੱਥੇ ਜਾ ਕੇ ਨਾ ਮੌਤ ਦੀ ਨਾ ਪ੍ਰਵਾਹ ਕਰਦਿਆਂ ਹੋਏ ਲੋਕਾਂ ਦੀ ਹਰ ਕਿਸਮ ਦੀ ਮਦਦ ਕੀਤੀ ਹੈ। ਇੰਗਲੈਂਡ ਤੋਂ ਸਨਮਾਨਿਤ ਕੀਤਾ ਗਿਆ ਤੇ ਕਰੋਨੇ ਵਿੱਚ ਜਿਹੜੀ ਉਹਨਾਂ ਸੇਵਾ ਨਿਭਾਈ ਹੈ, ਉਹਨਾਂ ਤੁਹਾਡੀ ਪੱਗ ਉੱਚੀ ਕੀਤੀ ਹੈ। ਉਹਨਾਂ ਇੱਥੋਂ ਭਾਰਤ ਸਰਕਾਰ ਨੂੰ ਇਸ ਕਰਕੇ ਉਹਨਾਂ ਜਿਹੜਾ ਇਨੀ ਦਿੱਤਾ ਸੀ ਉਹਨੂੰ ਕੀ ਹੁੰਦਾ ਪਦਮ ਸ਼੍ਰੀ ਦਾ ਪੁਰਸਕਾਰ ਜਿਹੜਾ ਇਹਨੂੰ ਦੇਣ ਰਹੇ ਸੀ, ਇਹਨਾਂ ਵਾਪਸ ਕਰ ਦਿੱਤਾ ਵੀ ਤੁਸੀਂ ਸਿੱਖਾਂ ਨਾਲ ਮਤਰੇਈ ਮਾਲਾ ਵਤੀਰਾ ਕਰਦੇ ਆ ਪੰਜਾਬ ਨਾਲ। ਇੱਥੇ ਪੰਜਾਬ ਬਾਰੇ ਤੁਹਾਡੀ ਨੀਤ ਜਿਹੜੀ ਠੀਕ ਨਹੀਂ ਹੈ ਭਾਰਤ ਸਰਕਾਰ ਦੀ, ਮੈਂ ਤੁਹਾਡਾ ਪੁਰਸਕਾਰ ਨਹੀਂ ਲਵਾਂਗਾ। ਜੋ ਇਹੋ ਕੁਛ ਸੀ ਹੋਰ ਕੀ ਸੀ। ਤੇ ਜੇ ਤੁਸੀਂ ਅੱਜ 60 ਬੰਦੇ ਪੰਜਾਬ ਦੇ, ਮੈਂ ਨਾਲ ਅੱਜ ਮੈਂ ਇਹੋ ਖੱਪ ਪਾ ਕੇ ਆਇਆ, 60 ਬੰਦੇ ਮੁੱਢਲੀ ਸਿੱਖੀ ਧਾਰਨ ਕਰੋ। ਹਰ ਸਿੱਖ ਬੱਚਾ ਖੰਡੇ ਦੀ ਪੌਲ ਛਕੋ, ਹਰ ਧੀ ਖੰਡੇ ਦੀ ਪੌਲ ਛਕੇ। ਸਾਡੇ ਕੋਲ ਸੰਵਿਧਾਨਕ ਹੱਕ ਹੈ। ਆਹ ਕਿਰਪਾਨ ਸਾਨੂੰ ਭਾਰਤ ਵਿੱਚੋਂ ਆਜ਼ਾਦੀ ਮਿਲੀ ਹੈ। ਇਹ ਕਿਰਪਾਨ ਪਾ ਕੇ ਅਸੀਂ ਭਾਰਤ 'ਚ ਕਿਤੇ ਵੀ ਜਾ ਸਕਦੇ, ਸਾਨੂੰ ਕੋਈ ਰੋਕ ਨਹੀਂ ਸਕਦਾ। ਹਰ ਜਨਾਨੀ ਕਿਰਪਾਨ ਧਾਰਨ ਕਰ ਸਕਦੀ ਹੈ। ਇਹ ਪਹਿਲੀ ਕੌਮ ਹੈ ਜਿੱਥੇ ਜਨਾਨੀ ਨੂੰ ਬਰਾਬਰਤਾ ਦੇ ਹੱਕ ਦੇ ਕੇ ਉਹਨੂੰ ਹਥਿਆਰ ਰੱਖਣ ਦਾ ਅਲਾਟ ਕੀਤਾ ਗੁਰੂ ਗੋਬਿੰਦ ਪਾਤਸ਼ਾਹ ਨੇ। ਇਸ ਕਰਕੇ ਪਿਆਰਿਓ, ਮਹਾਰਾਜ ਕਿਰਪਾ ਕਰਨ, ਤੁਸੀਂ ਬੜੇ ਸਿਆਣੇ ਹੋ ਤੇ ਮੈਂ ਵੀ ਐਵੇਂ ਭੌਂਕਦਾ ਰਹਿਣਾ। ਕਈ ਵਾਰ ਮੈਨੂੰ ਨੀਂਦ ਨਹੀਂ ਆਉਂਦੀ, ਦਵਾਈਆਂ ਖਾ ਕੇ ਘੜੀ ਲੰਘਾਣ ਰਿਹਾ, ਮਰਨੋਂ ਤੇ ਕਾਹਲਾ ਪੈ ਜਾਂਦਾ। ਅਗਲੀ ਸਾਖੀ ਹੈ ਕਿ ਗੁਰੂ ਪਾਤਸ਼ਾਹ ਦੇ ਮੁਗਲ ਸਾਮਰਾਜ ਵਿੱਚ ਹਾਹਾਕਾਰ ਹੋਣੀ, ਪੰਜਾਬ ਦੀ ਵਾਪਸੀ ਆ ਰਹੀ ਹੈ। ਔਰੰਗਜ਼ੇਬ ਨੇ ਆਪਣੇ ਭਰਾਵਾਂ ਦਾ ਖੂਨ ਬਹਾ ਕੇ ਰਾਜ ਤਖਤ ਤੇ ਕਬਜ਼ਾ ਕੀਤਾ, ਆਪਣੇ ਬਾਪ ਨੂੰ ਨਜ਼ਰਬੰਦੀ ਵਿੱਚ ਸੁੱਟਿਆ। ਦਰਬਾਰ ਵਿੱਚ ਤੇ ਮੁਲਕ ਵਿੱਚ ਆਪਣੇ ਵਿਰੋਧ ਨੂੰ ਠੰਡਾ ਕਰਨ ਲਈ ਉਸਨੇ ਸ਼ਰਈ ਮੁੱਲੇ ਮਲਾਣਿਆਂ ਨੂੰ ਆਪਣੇ ਨਾਲ ਗੰਢ ਲਿਆ। ਉਹਨਾਂ ਨੂੰ ਯਕੀਨ ਦਿਵਾਇਆ ਕਿ ਮੁਲਕ ਵਿੱਚ ਇਸਲਾਮੀ ਢੰਗ ਦਾ ਰਾਜ ਪ੍ਰਬੰਧ ਕਾਇਮ ਕੀਤਾ ਜਾਏਗਾ ਤੇ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਥੱਲੇ ਲਿਆਂਦਾ ਜਾਵੇਗਾ। ਆਪਣੇ ਪੈਰ ਪੱਕੇ ਕਰਨ ਤੋਂ ਬਾਅਦ ਉਸਨੇ ਹੁਣ ਆਪਣੇ ਵਾਅਦੇ ਤੇ ਅਮਲ ਸ਼ੁਰੂ ਕੀਤਾ। ਭਾਵ ਗੱਲ ਕੇਵਲ ਮਲਾਣਿਆਂ ਨਾਲ ਵਾਅਦੇ ਦੀ ਹੀ ਨਹੀਂ ਸੀ। ਔਰੰਗਜ਼ੇਬ ਆਪ ਵੀ ਕੱਟੜ ਮੁਤੱਸਦੀ ਮੁਸਲਮਾਨ ਸੀ। ਉਹ ਕਾਫਰਾਂ ਨੂੰ ਇਸਲਾਮ ਵਿੱਚ ਲਿਆਉਣਾ ਵੱਡਾ ਪੁੰਨ ਸਮਝਦਾ ਸੀ। ਇਹ ਪੁੰਨ ਕਮਾਉਣ ਲਈ ਉਸਨੇ ਆਪਣੀ ਸਲਤਨਤ ਦੇ ਸਾਰੇ ਸੂਬੇਦਾਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਉਹ ਗੈਰ ਮੁਸਲਮਾਨ ਰਈਆ ਨੂੰ ਲੋਭ, ਪ੍ਰੇਰਣਾ, ਦਬਾਅ ਤੇ ਜ਼ਬਰ ਹਰ ਹੀਲੇ ਨਾਲ ਮੁਸਲਮਾਨ ਬਣਨ ਲਈ ਮਜਬੂਰ ਕਰਨ। ਇਸ ਹੁਕਮ ਤੇ ਅਮਲ ਕਰਕੇ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਸਭ ਸੂਬੇਦਾਰ ਇੱਕ ਦੂਜੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਵਿੱਚ ਲੱਗ ਪਏ। ਮੰਦਰ, ਸ਼ਿਵਾਲੇ, ਗੁਰਦੁਆਰੇ ਧੜਾ ਧੜ ਢਾਏ ਜਾਣ ਲੱਗੇ। ਗੈਰ ਧਰਮਾਂ ਦੇ ਅਨੁਯਾਈਆਂ ਦੇ ਉੱਪਰ ਕਈ ਤਰ੍ਹਾਂ ਦੇ ਟੈਕਸ ਲਾ ਦਿੱਤੇ ਗਏ। ਉਹਨਾਂ ਨੂੰ ਆਪਣੀਆਂ ਸਮਾਜਿਕ ਤੇ ਧਾਰਮਿਕ ਰਸਮਾਂ ਪੂਰੀਆਂ ਕਰਨ ਤੋਂ ਰੋਕਿਆ ਜਾਣ ਲੱਗਾ। ਅੱਜ ਵੀ ਕੁਝ ਐਸੀ ਸੋਚ ਆ ਰਹੀ ਹੈ। ਗੈਰ ਮੁਸਲਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਹਟਾਇਆ ਜਾਣ ਲੱਗਿਆ। ਉਹਨਾਂ ਦੇ ਕਾਰ ਵਿਹਾਰ ਵਿੱਚ ਅੜਿੱਕੇ ਪਾਏ ਜਾਣ ਲੱਗੇ। ਧੀਆਂ ਭੈਣਾਂ ਦੀ ਇੱਜ਼ਤ ਖਤਰੇ ਵਿੱਚ ਪੈ ਗਈ। ਇਸ ਨਾਲ ਸਾਰੇ ਪਾਸੇ ਲੋਕਾਂ ਵਿੱਚ ਹਾਹਾਕਾਰ ਮਚ ਗਏ। ਐਸੀ ਦੋ ਸਾਖੀਆਂ ਜੋ ਆਪ ਜੀ ਨੇ ਸਰਵ ਕਰਨੀਆਂ ਸਨ ਉਹ ਕੀਤੀਆਂ ਨੇ। ਹੁਣ ਜੋ ਹੁਕਮਨਾਮਾ ਪ੍ਰਾਪਤ ਹੋਇਆ ਉਹਦੀ ਸੰਖੇਪ ਵਿੱਚ ਵਿਆਖਿਆ ਲੈਣੀ ਕਰੀ। ਵਾਹਿਗੁਰੂ 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 ਵਾਹਿਗੁਰੂ। ਸੋਹੀ ਮਹੱਲਾ ਪੰਜਵਾਂ। ਸੋਹੀ ਰਾਗ ਅੰਦਰ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ। ਰਾਹਵ ਦੀ ਪੰਕਤੀ ਲੈਣਾ ਕਰੀਏ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਲਾਲ ਰੰਗੀਲੇ ਪ੍ਰੀਤਮ ਮਨ ਮੋਹਨ,
मन मोहन तेरे दर्शन को हम बारे, तेरे दर्शन को हम बारे, तेरे दर्शन को हम बारे, तेरे दर्शन को हम बारे। धन धन माता पानी जी, धन धन माता पानी जी, धन धन श्री गुरु रामदास जी, धन धन श्री गुरु रामदास जी, धन गुरु अर्जन देव साहब जी, धन गुरु अर्जन देव साहब जी, धन धन श्री गुरु ग्रंथ साहिब जी, धन धन श्री गुरु ग्रंथ साहिब जी। लाल रंगीले प्रीतम मन मोहन, लाल रंगीले प्रीतम मन मोहन, तेरे दर्शन को हम बारे, दर्शन को हम बारे। वाहिगुरु वाहिगुरु वाहिगुरु। वाहिगुरु। हे चोजी लाल चोजी रंगीले, हे प्रीतम, हे मन ਨੂੰ ਮੋਹ ਲੈਣ ਵਾਲੇ ਮਨ ਮੋਹਨ, ਅਸੀਂ ਜੀਵ ਤੇਰੇ ਦਰਸ਼ਨ ਤੋਂ ਕੁਰਬਾਨ ਹਾਂ। ਉਹਨੂੰ ਜੇ ਦੇਖਣਾ ਹੋਏ ਕੁਦਰਤ 'ਚ ਵੀ ਦਿਖਦਾ, ਕਿੱਦਾਂ ਪਹਾੜ ਖੜੇ ਨੇ, ਕਿੱਦਾਂ ਸਮੁੰਦਰ ਵਗ ਰਹੇ ਨੇ, ਕਿੱਦਾਂ ਹਵਾਵਾਂ ਚੱਲ ਰਹੀਆਂ ਨੇ, ਕਿਵੇਂ ਪਾਣੀ ਉੱਪਰ ਚੜਦਾ ਜਾਂਦਾ, ਉੱਪਰੋਂ ਫੇਰ ਠੰਡਾ ਹੋ ਕੇ ਥੱਲੇ ਨੂੰ ਆਈ ਜਾਂਦਾ। ਇਹ ਉਹਦਾ ਸਰੂਪ ਹੈ, ਸਰਗੁਣ ਸਰੂਪ। ਕਿਸ ਤਰੀਕੇ ਨਾਲ ਪੰਛੀ ਚਹਿਚਹਾ ਰਹੇ ਨੇ, ਕਿਵੇਂ ਦਰਿਆ ਵਗਦੇ ਜਾ ਰਹੇ ਨੇ, ਕਿਸ ਤਰੀਕੇ ਨਾਲ ਬੱਚੇ ਜੰਮਦੇ ਨੇ, ਮਰਦੇ ਨੇ, ਅਮੀਰ ਨੇ, ਗਰੀਬ ਨੇ। ਇਹ ਸਾਰਾ ਹੀ ਉਹਦਾ ਹੀ ਖਿਲਾਰਾ ਹੈ ਆਪਣੇ ਆਪ। ਇਹ ਵੀ ਉਹਦੀ ਇੱਕ ਦਰਸ਼ਨ ਹੈ ਸਰਗੁਣ ਵਿੱਚ। ਬਾਕੀ ਨਿਰਗੁਣ ਵਿੱਚ ਵੀ ਕਿਸੇ ਕਿਸੇ ਨੂੰ ਉਹਦੇ ਦਰਸ਼ਨ ਹੁੰਦੇ ਨੇ ਜਿਹੜੇ ਗੁਰੂ ਪਾਤਸ਼ਾਹ ਨੂੰ ਹੋਏ ਨੇ। ਉਹ ਦੱਸ ਰਹੇ ਸ਼ੁਰੂ ਕਰਦੇ ਨੇ, क्या गुण तेरे सार संभाली, क्या गुण तेरे सार संभाली, मोहे निर्गुण के दातारे, मोहे निर्गुण के दातारे, मोहे निर्गुण के दातारे, मोहे निर्गुण के दातारे। वाहिगुरु 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 वाहिगुरु। निर्गुण मोहे निर्गुण। गुरु पातशाह कहते मेरे च कोई गुण नहीं है, सब गुण तेरे मैं नाही होए, बिन गुण कीते भगत ना होए, नानक निर्गुण गुण करे, गुण बनतिया गुण दे। कह रहे ने मैं गुणहीन दे हे दातार, मैं तेरे किहड़े किहड़े गुण चेते करके अपने हिरदे विच वसावां। छोटा जिहा हिरदा आ, छोटी जी सोच है, गुण तेरे बहुत ही ज्यादा। बै खरीद क्या करे चतुराई, एहो जियो पिंड सब थारे, सब थारे। वाहिगुरु 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 वाहिगुरु। मैं तो तेरा मुल खरीदिया सेवक हां। ਇਹ ਗੱਲ ਸਾਡੇ ਵਿੱਚ ਹਜੇ ਨਹੀਂ ਆਈ। ਇਹ ਗੁਰੂ ਨਾਨਕ ਦੀ ਵਡਿਆਈ ਹੈ। ਲਾਲਾ ਗੋਲਾ ਆਪਣੇ ਆਪ ਨੂੰ ਸਮਝਣਾ, ਗੋਲਾ ਵੀ ਗੁਲਾਮ ਹੁੰਦਾ। ਇੱਥੇ ਬੈ ਖਰੀਦ, ਜਿਹੜੀ ਚੀਜ਼ ਤੇ ਜਦੋਂ ਕਿਸੇ ਨੂੰ ਕੋਈ ਚੀਜ਼ ਬੈ ਕਰਦੀ ਹੈ ਉਹਦੇ ਤੇ ਕਿਸੇ ਦਾ, ਉਹ ਬੰਦੇ ਦਾ ਕੋਈ ਵੀ ਕਬਜ਼ਾ ਨਹੀਂ ਹੁੰਦਾ। ਆਂਦੇ ਮੈਂ ਤੂੰ ਮੈਨੂੰ ਬੈ ਖਰਾ ਲਿਆ ਹੋਇਆ, ਮੈਂ ਖਰੀਦਿਆ ਗਿਆ ਤੇਰੇ ਅੱਗੇ। ਬੈ ਖਰੀਦ ਕਿਆ ਕਰੇ ਚਤਰਾਈ, ਹੁਣ ਮੈਂ ਕੀ ਚਤਰਾਈ ਕਰ ਸਕਦਾ? ਮੈਂ ਤਾਂ ਤੇਰਾ ਮੁੱਲ ਖਰੀਦਿਆ ਸੇਵਕ ਹਾਂ, ਖਰੀਦਿਆ ਨੌਕਰ, ਕੋਈ ਚਲਾਕੀ ਦੀ ਗੱਲ ਨਹੀਂ ਕਰ ਸਕਦਾ। हे दातार मेरा शरीर ते मेरी ये जिंद सब तेरे ही दिते हुए हैं। उन्हां दी नहीं, साडी भी सारियां दा शरीर ते जिंद उन्हें। गावे को जी लै फिर दे, पहला साडा जी है शरीर चों कढ लैंदा, मुड़ के किसी होर दे च फिर पाए। इस करके उन्होंने लोग गाउंदे, इस करके रूह नहीं मरदी,
रूह दुखां सुखां नूं झेलदी होई जीव आत्मा अगे तुरदी है ते जदों अपने विच परमात्मा नूं मर्ज कर लैंदा फिर इहदा आवागुण मुक जांदा। इस करके इत्थे जिन्ने भी वधिया काम होणगे उत्थे सारे सिख मनुख जूनी बहुत ही वधिया सुखी रह सकेगी। ये सारिਆਂ ਨੂੰ पता भी खाली ते नंगा बंदा आंदा आ ते खाली ते नंगा बंदा इत्थों तुर जांदा। आण लग्या सवासां दी गंढ ला के आंदा, जाण लग्या उन्हां सवासां दे वट्टे चंगे ते माड़े कामां ਦੀਆਂ दो वंडां बन के इत्थों परलोक ਨੂੰ तुर पैंदा। अगली पंक्ति तुसी विचारी है, असीं हे प्रीतम हे चौजी लाल हे मन नूं मोह लैण वाले असीं जीव तेरे दर्शन तो कुर्बान हां। प्रभ दाता मोहे दीन भिखारी, तुम सदा सदा उपकारी। वाहिगुरु वाहिगुरु हे दातार तू मालिक है, दाता देण वाला। जपजी साहब सिख पढ़ते ने कि देंदा दे लैंदे थक पाए। कोई बाबा इन्ना कुछ नहीं दे सकता ना उन्होंने हक है चीज देण दा, वो तो थानू चंगे रस्ते की गाइडेंस लैन दे सकता। चीज़ां सारियां उहदी बाबे दियां भी नहीं है, बाबा उहदे च अभेद हो गया तो उहदी हस्ती खत्म हो गई, फिर वो एक रूप हो गया, फिर जो दे रहा जिन्हों दे रहा, फिर वो भी किसी निजम विच हुंदा सारा सिस्टम, बेनिजमी इत्थे कोई गल नहीं चल सकती। इस करके दाता देंदा दे लैंदे थक पाहे जुगां जगंतर साडे बुढ़ियां नूं दिंदा रहा, जदों ये बाबे दी सी उदों पहलियां नूं दिंदा जी, जिहड़े कामरेड ने उन्हां नूं दिंदा, डंगरां नूं दिंदा, रुखां नूं दिंदा, पशु पंछियां सारियां नूं दे रहा, सूरज दे रहा, धुप दे रहा, धरती दे रहा। असीं एवें भुलेखे विच बाबियां दे मगर पए आ भी बाबा मैनूं आ दे दे। जे बाबा सरकार काफी कुछ दे सकती है, बाबा बहुता बस किसी नूं एक पिंड दे दो बंदियां नूं कोई मुंडा देता, मैनूं नहीं पता देता कि नहीं दिता, बाकियां दे घर कितना आ गए। इस करके सानू सिखां नूं हिदायत की गई है कि सबना जियां का एक दाता। सानू बंदे की पूजा तो ऊपर उठाया गया, सानू शब्द दे पुजारी बनाया गया। हाँ गुरसिखां दी हथ धूड़ दे हम पापी भी गत पाए। एक सिख ने दूजे सिख नूं मत्था टेक दिता बैठे नूं, दूजा तर्कशील खड़ा सी, कहंदा ओ तू सिख हो गए मत्था क्यों टेकिया? आंदा जी मैं तैनूं गुरसिख जान के टेकिया। वो जिन्हां मत्था टकाया वो आकड़ के बैठा सी। आंदा तू इहनूं की समझदा होए? आम लोग तो बोलते नहीं होंगे, डरते होंगे, पता नहीं बाबे ने सानूं की शराब दे देना। ये तो बाबियां तो इन्ने डरे है लोग, मैं देखदा मेरे तो डरी जाते हैं लोग। मैं तो ज्यादा तजर्बा बाबे तो करदा, इन्ने डरे हुए। और डरना असी अपने माड़े कामां तो है, बाबे नहीं डरना। वो तो साडा डर लाऊगा, वो सानू डराऊगा थोड़ा, पर वो ये गल नहीं चाहते। हुण इत्थे कहंदे ने तू मालिक है, दातार है, दाता देण वाला है। अर्जन देव जी कह रहे हैं मैं तेरे दर ते कंगाल मंगता, हम भीख कर भिखारी तेरे, तू निजपत है दाता। मैं कंगाल मंगता तेरे दर ते खड़ा। हुण हसी देखना भी असी गुरु नानक दे दर ते मंगते बन के आए में, सच्ची मुच्ची असी गुरु नानक कोलों मंगते हैं कि किसी बंदे कोलों मंगते हैं जिहदे कोल है कुछ नहीं? ये हसी देखना। सो किश नाहीं जे मैं ते होवे, ठाकुर गम अपारे। वाहिगुरु वाहिगुरु वाहिगुरु। गमता तो रह जिस तक किसी की पहुंच ना होए। हे मेरे अपहुंच अते बेअंत मालिक, अपारे बेअंत मालिक, कोई ऐसा काम नहीं जो तेरी मदद तो बिना मेथों हो सके, कोई ऐसा काम नहीं।
ਭਾਵ ਹਰ ਕੰਮ ਵਿੱਚ ਤੇਰੀ ਮਦਦ ਦੀ ਲੋੜ ਹੈ। ਤੂੰ ਹੀ ਕਰਾਏਗਾ ਤੇ ਹੋਣਾ ਕਰਨਾ ਤੁਸੀਂ ਹੈ ਤੇ ਕ੍ਰੈਡਿਟ ਉਹਦੀ ਹੈ। ਤੁਸੀਂ ਵੀ ਉਹਦਾ ਇੱਕ ਹਿੱਸਾ ਬਣ ਕੇ ਕਰ ਰਹੇ ਹੋ। ਉਹ ਕਰਾ ਰਿਹਾ ਤੇ ਕਰ ਰਹੇ ਹੋ, ਪਰ ਮਾੜੇ ਕੰਮ ਕਦੇ ਨਹੀਂ ਪ੍ਰਮਾਤਮਾ ਕਹੂਗਾ ਵੀ ਕਰੋ। ਇਹ ਸਾਡਾ ਸ਼ੈਤਾਨੀ ਮਨ ਹੈ ਜਿਹੜਾ ਸਾਨੂੰ ਮਾੜੇ ਪਾਸੇ ਪ੍ਰੇਰਿਤ ਕੇ ਉਸ ਪਾਸੇ ਦੌੜਦਾ ਤੇ ਸਾਨੂੰ ਗੁਰੂ ਤੋਂ ਹਮੇਸ਼ਾ ਵਾਸਤਾ ਤੋੜਦਾ। ਫਿਰ ਅਸੀਂ 84 ਲੱਖ ਜੂਨ ਦਾ ਸਫ਼ਰ ਪੈ ਜਾਂਦੇ। ਇਸ ਕਰਕੇ ਪਿਆਰਿਓ, ਬਹੁਤ ਕੀਮਤੀ ਸਮਾਂ ਆ ਤੇ ਜਿੰਨਾ ਵੀ ਇੱਕ ਚੀਜ਼ ਨੂੰ ਫੋਲੋ ਕਰਾਂਗੇ, ਇੱਕ ਮੈਂ ਜ਼ਰੂਰ ਬੇਨਤੀ ਕਰੂੰਗਾ ਸਾਰੀਆਂ ਭੈਣਾਂ ਭਰਾਵਾਂ ਦੇ ਮਨ ਇਹਨਾਂ 'ਚ ਇੱਕ ਗੱਲ ਭਰਨੀ ਚਾਹੀਦੀ ਹੈ। ਇਹਨਾਂ ਵਿੱਚ ਇੱਕ ਹੁੰਦਾ ਸਾਡਾ ਦੇਸ਼ ਪਿਆਰ। ਅਸੀਂ ਭਾਰਤੀ ਹੈ, ਭਾਰਤ ਲਈ ਜੀਵਾਂਗੇ ਤੇ ਭਾਰਤ ਲਈ ਇਹ ਹੈ ਦੇਸ਼ ਪਿਆਰ। ਦੂਸਰਾ ਹੁੰਦਾ ਸਾਡਾ, ਮੈਂ ਜਾਤੀ ਪਿਆਰ ਨਹੀਂ ਮੰਨਦਾ ਸਿੱਖਾਂ 'ਚ, ਜਾਤੀ ਪਿਆਰ ਨਹੀਂ ਹੈ ਵੀ ਇਹ ਵੀ ਜੱਟ ਹੈ ਤੇ ਮੈਂ ਵੀ ਜੱਟ ਹਾਂ ਤਾਂ ਪਿਆਰ ਹੋਇਆ। ਇਹ ਜਾਤੀ ਪਿਆਰ ਹੁੰਦਾ। ਇੱਕ ਸਾਡਾ ਪਿਆਰ ਹੁੰਦਾ ਕੌਮੀ ਪਿਆਰ। ਇੱਕ ਹੈ ਪੰਜਾਬੀ, ਇਹ ਵੀ ਪੰਜਾਬੀ ਨੇ, ਮੈਂ ਵੀ ਪੰਜਾਬੀ ਹਾਂ। ਕਿਤੋਂ ਵੀ ਅਸੀਂ ਅਮਰੀਕਾ 'ਚ ਪੰਜਾਬੀ ਮਿਲ ਜਾਈਏ, ਪਹਿਲਾਂ ਤਾਂ ਭਾਰਤੀ ਮਿਲ ਜਾਈਏ, ਫਿਰ ਬੜਾ ਚਾਅ ਹੁੰਦਾ। ਫਿਰ ਅਸੀਂ ਉਹਨਾਂ 'ਚ ਪੰਜਾਬੀ ਮਿਲੀਏ, ਯਾਰ ਤੂੰ ਬਠਿੰਡੇ ਦਾ, ਹਾਂ ਮੈਂ ਬਠਿੰਡੇ ਦਾ, ਤੂੰ ਕਿਤੋਂ, ਮੈਂ ਰੋਪੜ ਦਾ ਹੈ, ਯਾਰ ਠੀਕ। ਫਿਰ ਐਂ ਲੱਗਦਾ ਜਿੱਦਾਂ ਦੋਵੇਂ ਪਿੰਡ ਸਾਡੇ ਲਾਗੇ ਲਾਗੇ, ਬਠਿੰਡਾ ਤੇ ਰੋਪੜ ਲਾਗੇ ਲਾਗੇ ਹੁੰਦੇ। ਇਹ ਹੁੰਦਾ ਜਾਤੀ ਪਿਆਰ। ਜਿਹੜਾ ਤੁਹਾਡੇ 'ਚ ਕੌਮੀ ਪਿਆਰ ਚਾਹੀਦਾ ਸੀ ਨਾ, ਵੀ ਮੈਂ ਸਿੱਖ ਹਾਂ, ਇਹ ਤੁਹਾਡੇ ਚੋਂ ਗੱਲ ਕਮਜ਼ੋਰ ਪੈ ਗਈ। ਵੀ ਮੈਂ ਇੱਕ ਕੌਮ ਦਾ ਨੁਮਾਇੰਦਾ ਹਾਂ, ਸਿੱਖ ਕੌਮ ਦਾ, ਉਹਦੇ 'ਚ ਮੇਰੀ ਕੋਈ ਜ਼ਿੰਮੇਵਾਰੀ ਬਣਦੀ ਹੈ। ਆਪਣੇ ਘਰ ਵਾਸਤੇ ਮੈਂ ਯਤਨ ਕਰਦਾ ਹਾਂ, ਆਪਣੇ ਦੇਸ਼ ਵਾਸਤੇ ਮੈਂ ਟੈਕਸ ਕਟਾਣਾ। ਹਰ ਬੰਦਾ ਦੇਸ਼ ਵਾਸਤੇ ਟੈਕਸ ਕਟਾ ਰਿਹਾ, ਕਟਾਣਾ ਨਹੀਂ ਸੀ ਚਾਹੁੰਦਾ, ਧੱਕੇ ਨਾਲ ਕੱਟਿਆ ਜਾ ਰਿਹਾ। ਦੇਸ਼ ਦਾ ਬਣਨਾ ਕੱਖ ਨਹੀਂ ਗਾ। ਤੇ ਜਿੰਨੀਆਂ ਵੀ ਉਹਨਾਂ ਨੂੰ ਮੋਦੀ ਸਾਹਿਬ ਹੋਰੀ ਜਹਾਜ਼ ਲਾਈ ਫਿਰਦੇ ਨੇ, ਤੁਹਾਡੇ ਪੈਸਿਆਂ ਤੋਂ ਲਈ ਫਿਰਦੇ। ਜਿੰਨੀ ਵੀ ਫੌਜ ਨੂੰ ਤਨਖਾਹ ਦੇ ਰਹੇ ਤੁਸੀਂ ਦੇ ਰਹੇ ਹੋ, ਜਿੰਨੀ ਵੀ ਮਨੁੱਖਾਂ ਨੂੰ ਤਨਖਾਹ ਦੇ ਰਹੇ ਹੈ ਉਹ ਤੁਸੀਂ ਦੇ ਰਹੇ ਹੈ। ਇਹਨਾਂ ਨੂੰ ਬਾਡੀਗਾਰਡ ਕੌਣ ਦੇ ਰਿਹਾ? ਤੁਸੀਂ ਦੇ ਰਹੇ। ਇਹਨਾਂ ਨੂੰ ਪੈਨਸ਼ਨਾਂ ਕੌਣ ਦੇ ਰਿਹਾ? ਉਹ ਤੁਸੀਂ ਦੇ ਰਹੇ ਹੋ। ਔਰ ਤੁਸੀਂ ਲੜ ਲੜ ਕੇ ਕਮਜ਼ੋਰ ਹੁੰਦੇ ਜਾ ਰਹੇ ਹੋ, ਨਸ਼ੇ ਖਾ ਰਹੇ ਹੋ। ਇਸ ਕਰਕੇ ਤੁਹਾਡੇ ਹੱਕ ਸੀ ਕੁਛ, ਤੁਸੀਂ ਆਪਣੇ ਹੱਕਾਂ ਬਾਰੇ ਨਹੀਂ ਜਾਣਕਾਰੀ ਕਰ ਸਕੇ। ਪਹਿਲਾਂ ਤਕੜੇ ਹੋ ਔਰ ਤਕੜੇ ਹੋ ਕੇ ਗੁਰੂ ਦਾ ਓਟ ਆਸਰਾ ਟਿਕਾਓ। ਜਿਨ੍ਹਾਂ ਇਨਕਲਾਬ ਲਿਆ ਕੇ ਖਾਲਸਾ ਰਾਜ ਆਪਣੇ 250 ਸਾਲ ਦੇ ਵਿੱਚ ਸਥਾਪਿਤ ਕਰ ਦਿੱਤਾ ਸੀ, ਅੱਜ ਅਸੀਂ ਉਹ ਰਾਜ ਗਵਾ ਕੇ ਗੁਲਾਮ ਹੋ ਕੇ ਬੈਠੇ ਹਾਂ। ਅਸੀਂ ਸੁੱਖਾਂ ਦੇ ਗੁਲਾਮ, ਬੱਤੀ ਦੇ ਗੁਲਾਮ, ਸਰਕਾਰਾਂ ਦੇ ਵੀ ਗੁਲਾਮ। ਜਿੱਦਨ ਮਰਜ਼ੀ ਸਾਨੂੰ ਧੱਕ ਦੇਣ। ਆ ਹੁਣ ਸਾਰੇ ਬੈਠੇ, ਇਹਨਾਂ ਸਾਰਿਆਂ ਨੂੰ ਕਰੋਨਾ ਹੋ ਜਾਣਾ। ਇਹਨੇ ਜੋ ਸਾਨੂੰ ਕਹਿ ਦਿੱਤਾ ਉਹ ਸਾਨੂੰ ਕਰਨਾ ਪੈਣਾ। ਇਸ ਕਰਕੇ ਥੋੜੇ ਪੜ੍ਹੋ ਲਿਖੋ, ਸਿਆਣੇ ਬਣੋ। ਸਭ ਤੋਂ ਜ਼ਰੂਰੀ ਬੱਚਿਆਂ ਨੂੰ ਹਰ ਐਜੂਕੇਸ਼ਨ ਲੈਣ, ਆਪਣੇ ਦੇਸ਼ ਬਾਰੇ ਸੋਚਣ, ਫਿਰ ਆਪਣੀ ਕੌਮ ਬਾਰੇ ਵੀ ਸੋਚਣ। ਜਿੱਥੇ ਹਿੰਦੂ ਹੈ ਹਿੰਦੂ ਕੌਮ ਬਾਰੇ ਸੋਚਣ, ਮੁਸਲਮਾਨ ਕੌਮ ਬਾਰੇ ਸੋਚਣ, ਸਿੱਖ ਸਾਰੇ ਸਿੱਖ ਕੌਮ ਬਾਰੇ ਸੋਚਣ ਵੀ ਸਾਡੀ ਕੌਮ ਵੀ ਅੱਗੇ ਚੱਲਦੀ ਰਹੇ। ਸਾਡੇ ਬੁੱਢਿਆਂ ਤੋਂ ਬਾਅਦ ਇਹ ਅਸੀਂ ਆਏ ਹਾਂ, ਸਭ ਤੋਂ ਬਾਅਦ ਸਾਡੇ 200 ਸਾਲ ਨੂੰ ਜਿਹੜੇ ਨਿਆਣੇ ਜੰਮਣੇ ਉਹ ਸਿੱਖਾਂ ਦੇ ਘਰ, ਉਹਨਾਂ ਨੂੰ ਕੀ ਪਤਾ ਹੋਊਗਾ ਵੀ ਸਾਡੇ ਪਿਛੋਕੜ 'ਚ ਕੀ ਪਿਆ ਕੀ ਨਹੀਂ ਪਿਆ, ਜੇ ਤੁਸੀਂ ਸਾਰਾ ਕੁਝ ਛੱਡ ਗਏ। ਅਰਦਾਸ ਤੁਸੀਂ ਕਰਦੇ ਆ, ਜਿਨੀ ਬੰਦ ਕਟਾਏ ਖੋਪੜੀਆਂ ਲਹਾਈਆਂ, ਐਦਾਂ ਦੀ ਅਰਦਾਸ ਕਿਸੇ ਕੌਮ ਕੋਲ ਨਹੀਂ ਹੈ। ਕਿਸੇ ਕੌਮ ਕੋਲ ਇੱਕ ਧਰਮ ਦਾ ਪਿਓ ਨਹੀਂ ਹੈ। ਤੁਹਾਡੇ ਕੋਲ ਧਰਮ ਦਾ ਪਿਓ ਗੁਰੂ ਗੋਬਿੰਦ ਸਿੰਘ। ਕਿਸੇ ਕੌਮ ਕੋਲ ਧਰਮ ਦੀ ਮਾਂ ਨਹੀਂ ਹੈ। ਤੁਹਾਡੀ ਧਰਮ ਦੀ ਮਾਂ ਮਾਤਾ ਸਾਹਿਬ ਕੌਰ। ਕਿਸੇ ਕੌਮ ਦਾ ਜਨਮ ਦਿਨ ਨਹੀਂ ਹੈ। ਤੁਹਾਡਾ ਬੱਠ ਪਲੇਸ ਕੇਸਗੜ੍ਹ ਸਾਹਿਬ ਦਾ, ਤੁਹਾਡਾ ਪਿੰਡ ਬਣਾਇਆ ਅਨੰਦਪੁਰ ਸਾਹਿਬ ਦਾ। ਤੁਸੀਂ ਇੱਕ ਸਿੰਘ ਦੇ ਕੌਰ ਦੇ ਨਾਂ ਥੱਲੇ ਬਰਾਬਰ ਜਨਾਨੀ ਨੂੰ ਲਿਆ ਕੇ, ਇੱਕ ਜਾਤ ਪਾਤ ਮੁਕਾ ਕੇ, ਰੈਗੂਲੇਸ਼ਨ ਹਿੰਦੁਸਤਾਨ 'ਚ ਲਿਆ ਕੇ, ਸਾਰੀ ਮਨੁੱਖਤਾ ਨੂੰ ਇੱਕ ਧਾਗੇ ਵਿੱਚ ਕਰੋ ਕੇ, ਤਾਕਤ ਇਕੱਠੀ ਕਰਕੇ, ਦੇਸ਼ ਨੂੰ ਗੁਲਾਮੀ ਤੋਂ, ਜੰਜੀਰਾਂ ਤੋਂ ਤੋੜ ਕੇ ਉੱਤੇ ਲਿਆਂਦਾ। ਅੱਜ ਤੁਸੀਂ ਲੋਕ ਨਸ਼ਿਆਂ ਦੇ ਗੁਲਾਮ ਹੋ ਗਏ। ਤੁਸੀਂ ਲੋਕ ਅੱਜ ਬੇਈਮਾਨੀ ਕਰਕੇ ਦੂਜੇ ਦਾ, ਆਪਣੇ ਭਰਾ ਦਾ ਹੱਕ ਖਾਣ ਲੱਗ ਪਏ ਆ, ਝੂਠੀਆਂ ਗਵਾਹੀਆਂ ਦੇਣ ਲੱਗ ਪਏ ਆ। ਉਹ ਲੋਕੋ ਜਾਨ ਟੁੱਟਣੀ ਹੈ ਤੇ ਅੱਗੇ ਜਾਣਾ ਪੈਣਾ। ਉਹਦੇ ਨਾਨੀ ਚੇਤੇ ਆ ਜਾਣਾ। क्या सेवक मावो, क्या कह रिजावो, सेवक मावो, क्या कह रिजावो। विद कित पावो दरसारे, विद कित पावो दरसारे, विद पावो दरसारे, विद कित पावो दरसारे। वाहिगुरु 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 वाहिगुरु। हे प्रभु, मैं तेरी केड़ी सेवा करा, मैं की आके तेनू खुश करा। भगत जी कहते ने, जे मैं दुध चढ़ावा तो बच्चे ना पहले जूठा किया, जे मैं पानी नूं तैनू ठाकर जी नहाउण नूं लैके आवां ते पानी मच्छियां ना जूठा किया होया,
जे मैं कोई होर तेरे वास्ते फुल लैके आवां ते फुल भंबरे ना उहदे ते बह के अपने सडूल भी कीता होया, भंबरे ना उन्हें सुंघ के जूठा कर दिता होया, मैं तेरे के की चढ़ा देवां ते चीज़ां दा सारियां ऐदां नहीं। मैं तेरा मन है मेरे कोल, ये तेरा है, यह अर्पण कर लै, ये मिल गया तो सब कुछ मिल गया। यह गुरु पातशाह कहते हैं मैं तेरी केड़ी सेवा करा, मैं की आके तेन खुश करा, मैं किस तरह तेरा दीदार हासिल करा। मित नहीं पाइए अंत न लहिए, अंत न लहिए। मन तरसै चरना रे, मन तरसै चरना रे, मन तरसै चरना रे, मन तरसै चरना रे। वाहिगुरु 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 वाहिगुरु। मित नहीं पाइए तेरी हस्ती का माप नहीं लभ सकता, मिणती नहीं की जा सकती भी तू कितना लम्मा चौड़ा है। अंत ना पाइए अंत ना लइए तू कदों का बनिया, तेरे गुणां का कोई अंत नहीं, तेरा कोई अंत नहीं पाया। मेरा मन सदा तेरे चरणों में पए रहन नूं तरसदा है, मैं सदा तेरे चरणों नाल जुड़िया रहां। पावो दान ढीठ होए मांगो, ढीठ होए मांगो, मुख लागे संत रे नारे, मुख लागे संत रे नारे। वाहिगुरु 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 वाहिगुरु। शब्द नूं ताब वजन पूरा करके रे नाल लाइए, ओदा रे ना करना रे। एक बेनती ढीठा जा ते गुरु कहते मैं ढीठ होके तेरे दर ते खड़ा, भाव ढीठ होके मुड़ मुड़ तेरे दर तो मंगदा हाँ। मैनू ये दान मिल जाए कि मेरे मत्थे उत्ते तेरे संत जनां दे चरणां दी धूड़ लगदी रहे, गुरसिखां दी हर धूड़ च। संतां दे कपड़ियां नहीं देखना असी सानू नहीं पता संत कौन होंदा, असी गुरसिखां दी। नानक को गुर कृपा तारी, नानक को गुर कृपा तारी। प्रभ हाथ दे निस्तारे, प्रभ हाथ दे निस्तारे। जन नानक को गुर कृपा धारी, हे नानक आख जिस दास उत्ते गुरु ने मेहर कर दी, प्रभु ने उसनु अपने हाथ दे के संसार समुद्र तो पार लंघा लिया। उस मेहर लई ये जतन है खंडे दी पौड़ छकनी, उस मेहर लई जतन है गुरु के बचना की पालना करनी, उस मेहर लई जतन है अपनी कमाई ईमानदारी की करनी, उस मेहर लई जतन है कि जितने तक हो सके दूजियां दा भला लोचना। जे कर सकते तो करना, जे कर नहीं सकते तो मन करके जरूर भला सोचना। तेरा माछा मेहर कर दे, तेरा दुख कर दे, घटे ना घटे थोड़े मन तो वो थोड़ा भला होना होंदा। ये सी अज दे हुक्म जो आप जी ने सरवण करने कीते, दास दे सिर ते बेपरे हाथ रख के सुने ने। हुण केवल बच्चों की असीस का शब्द ते फिर कीर्तन। माता की आशीष पुता माता की आशीष, माता की आशीष पुता माता की आशीष। निम्ख न बिसरो तुमको हर हर, निम्ख न बिसरो तुमको हर हर। सदा भजो जगदीश, सदा भजो जगदीश। जय सिमरत
ਸਿਮਰਤ ਸਭ ਕਿਲ ਵਿਖ ਨਾਸੈ ਜੇ ਸਿਮਰਤ ਸਭ ਕਿਲ ਵਿਖ ਨਾਸੈ ਮਿਤਰੀ ਹੋਏ ਉਦਾਰੋ ਮਿਤਰੀ ਹੋਏ ਆਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਸੋ ਹਰਿ ਹਰਿ ਤੁਮ ਸਭੀ ਜਾਪੋ ਜਾ ਕੈ ਅੰਤ ਨ ਪਾਰੋ ਪੁੱਤਾ ਮਾਤਾ ਕੀ ਆਸੀਸ ਮਾਤਾ ਕੀ ਆਸੀਸ ਪੁੱਤਾ ਮਾਤਾ ਕੀ ਆਸੀਸ ਸਤਿਗੁਰ ਤੁਮ ਕੋ ਹੋਏ ਦਿਆਲਾ ਸਤਿਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਪ੍ਰੀਤ ਕਪੜ ਪਤ ਪਰਮੇਸ਼ਰ ਰਾਖੀ ਆਪਰ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਪੁੱਤਾ ਮਾਤਾ ਕੀ ਆਸੀਸ ਮਾਤਾ ਕੀ ਆਸੀਸ ਪੁੱਤਾ ਮਾਤਾ ਕੀ ਆਸੀਸ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅਮਰਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਆਨੰਦ ਅਨੰਤਾ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਰੰਗ ਤਮਾਸ਼ਾ ਪੂਰਨ ਆਸਾ ਕਵਿ ਨ ਵਿਆਪੈ ਚਿੰਤਾ ਪੁੱਤਾ ਮਾਤਾ ਕੀ ਆਸੀਸ ਮਾਤਾ ਕੀ ਆਸੀਸ ਪੁੱਤਾ ਮਾਤਾ ਕੀ ਆਸੀਸ ਪਵਰ ਤੁਮਾਰਾ ਏ ਮਨ ਹੋਵੋ ਤੁਮਾਰਾ ਏ ਮਨ ਹੋ ਹਰ ਚਰਣਾ ਹੋ ਕੋਲਾ ਨਾਮ ਕੋਲਾ ਨਾਨਕ ਦਾਸ ਹੁਨ ਸੰਗ ਲਿਪਟਾਇਓ ਨਾਨਕ ਦਾਸ ਨੂੰ ਸੰਗ ਲਪਟਾਇਓ ਬੁੰਦੇ ਚਾਤ੍ਰਿਕ ਮੌਲਾ ਪੁੱਤਾ ਮਾਤਾ ਕੀ ਆਸੀਸ ਮਾਤਾ ਕੀ ਆਸੀਸ ਪੁੱਤਾ ਮਾਤਾ ਕੀ ਆਸੀਸ ਪੀਵੋ ਪਹੁਲ ਖੰਡੇ ਧਾਰ ਜਨਮ ਸਹੇਲਾ ਹਿੰਦੂ ਵੀਰਾਂ ਲਈ ਜਨੇਊ ਪਾਣਾ ਜਿੰਨਾ ਜ਼ਰੂਰੀ ਹੈ, ਮੁਸਲਮਾਨਾਂ ਲਈ ਜਿੰਨੀ ਸੁਨਤ ਕਰਾਣੀ ਜ਼ਰੂਰੀ ਹੈ, ਸਾਈਆਂ ਲਈ ਪਾਣੀ 'ਚ ਗੋਤਾ ਲੈਣਾ ਜ਼ਰੂਰੀ ਹੈ, ਉਦਾਂ ਹੀ ਹਰ ਸਿੱਖ ਤੇ ਸਿੱਖਣੀ ਲਈ ਪੰਜਾਂ ਪਿਆਰਿਆਂ ਤੇ ਖੰਡੇ ਦੀ ਪੌੜ ਛਕਣੀ ਵੀ ਜ਼ਰੂਰੀ ਹੈ। ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਰਹਿਣੀ ਰਹਿ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸਕਾ ਚੇਲਾ ਰਹਿਤ ਬਿਨਾ ਨੈ ਸਿੱਖ ਕਹਾਵੈ ਬਿਨਾ ਦਰ ਛੋਟਾ ਕਾਵੇ ਸਤਿਗੁਰ ਬਾਜੋ ਨਹੀਂ ਕੋਈ ਨਗੁਰੇ ਕਹੈ ਨਾਮ ਬੁਰਾ ਨਗੁਰੇ ਕਹੈ ਨਾਮ ਬੁਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ 'ਚ ਪਹਿਲਾ ਗ੍ਰੰਥ ਜਿਹੜਾ ਗੁਰੂ ਲਫ਼ਜ਼ ਨਾਲ ਜਾਣਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ, ਅੱਜ ਤੱਕ ਕੋਈ ਗ੍ਰੰਥ ਗੁਰੂ ਨਹੀਂ ਪੜ੍ਹ ਪਾਇਆ। ਇਹ ਬਖਸ਼ਿਸ਼ ਹੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗੋਬਿੰਦ ਸਿੰਘ ਸਾਹਿਬ ਇਹ ਪੰਡਤ ਇੱਕ ਜਨੇਊ ਪਾਉਂਦਾ ਆ, ਮੁਸਲਮਾਨ ਮੌਲਵੀ ਕੱਲਾ ਸੁਨਤ ਕਰਦਾ ਆ, ਪਾਦਰੀ ਕੱਲਾ ਪਾਣੀ 'ਚ ਗੋਤਾ ਦਿੰਦਾ ਹੈ, ਤੇ ਇੱਥੇ ਪੰਜ ਗੁਰੂ ਕੇ ਇੱਕੋ ਜਿਹੇ ਲਾਲ ਖੜੇ ਹੋ ਕੇ ਇੱਕੋ ਵਰਦੀ 'ਚ ਖੰਡੇ ਦੀ ਪਹੁੰਚ ਕਰਦੇ ਨੇ। ਧੰਨ ਧੰਨ ਪੰਜ ਪਿਆਰੇ ਜੀ ਮਨ ਪੰਜ ਪਿਆਰੇ ਜੀ ਤੇ ਹਰ ਸਿੱਖ ਤੇ ਸਿੱਖਣੀ ਨੇ ਆਪਣੇ ਪਿੰਡ ਦੇ ਗੁਰਦੁਆਰੇ 'ਚ ਸਵੇਰੇ ਤੇ ਸ਼ਾਮ ਨੂੰ 2 ਟਾਈਮ ਸੰਗਤ ਕਰਨੀ ਹੈ। ਗੁਰੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲੜ ਲੱਗ ਕੇ ਰਹਿਤਾਂ 'ਚ ਰਹਿਣਾ, ਗ੍ਰਹਿਤਾਂ ਤੋਂ ਬਚਣਾ, ਇਸ ਕਰਕੇ ਸੰਗਤ ਦੀ ਵਡਿਆਈ ਹੈ। ਧੰਨ ਧੰਨ ਗੁਰੂ ਕੀ ਸਾਧ ਸੰਗਤ ਜੀ ਧੰਨ ਗੁਰੂ ਕੀ ਸਾਧ ਸੰਗਤ ਜੀ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਨਿਮਕ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਪੁੱਤਾ ਮਾਤਾ ਕੀ ਆਸੀਸ ਮਾਤਾ ਕੀ ਆਸੀਸ ਪੁੱਤਾ ਮਾਤਾ ਕੀ ਆਸੀਸ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਬੇਨਤੀ ਹੈ। ਕਾਰਾਂ ਮੋਟਰਸਾਈਕਲ ਸਕੂਟਰਾਂ ਵਾਲੀ ਸੰਗਤ ਨੂੰ ਬੇਨਤੀ ਕਰਨੀ ਹੈ ਕਿ ਐਤਵਾਰ ਨੂੰ ਸੰਗਤ ਜ਼ਿਆਦਾ ਹੋਣ ਕਰਕੇ ਗੁਰੂਦੁਆਰਾ ਸਾਹਿਬ ਵਾਲੀ ਗਲੀ ਵਿੱਚ ਮੋਟਰਸਾਈਕਲ ਖੜੇ ਹੋਣ ਕਰਕੇ ਪਿੰਡ ਵਾਸੀਆਂ ਦੇ